ਕਿਸਾਨ ਜੋ ਸੰਸਾਰ ਦਾ ਹੀ ਨਹੀਂ, ਅਸਲੀ ਜ਼ਿੰਦਗੀ ਦੇ ਵਿੱਚ ਵੀ ਅਸਲੀ ਨੇਤਾ ਵਾ। ਅਗਰ ਅੱਜ ਇਸ ਅਸਲੀ ਨੇਤਾ ਨੂੰ ਮੈਂ ਆਮ ਇੱਕ ਭੀਖਮੰਗੇ ਇਨਸਾਨ ਦੇ ਰੂਪ ਵਿੱਚ ਦੇਖਾਂ ਤਾਂ ਮੇਰੇ ਵਿੱਚ ਸਵਾਲ ਪੈਦਾ ਹੋਣੇ ਹੀ ਨੇ। ਕਿਉਂ? ਨੇਤਾ ਕੀ ਹੈ? ਨੇਤਾਗਿਰੀ ਕੀ ਹੈ? ਫਿਰ ਅਗਲਾ ਸਵਾਲ ਪੈਦਾ ਹੁੰਦਾ, ਕਿਸਾਨ ਕੀ ਹੈ ਤੇ ਕਿਰਸਾਨੀ ਕੀ ਹੈ? ਜਦ ਮੈਂ ਆਪਣੇ ਆਪ ਨੂੰ ਇਹ ਸਵਾਲ ਕਰਦੀ ਹਾਂ ਤਾਂ ਮੇਰੇ ਵਿੱਚ ਸਭ ਤੋਂ ਪਹਿਲਾਂ ਬਾਬੇ ਨਾਨਕ ਦੀ ਬਾਣੀ ਆਈ, ਮਨ ਹਾਲੀ ਕਿਰਸਾਨੀ ਕਰਨਾ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਬੀਜ। ਕਿਸਾਨ ਨੂੰ ਅੰਨਦਾਤਾ ਕਿਹਾ ਗਿਆ। ਅਗਰ ਅੱਜ ਦਾ ਕਿਸਾਨ ਖੁਦ ਦੀ ਇਸ ਕਾਬਲੀਅਤ ਨੂੰ ਖੁਦ ਹੀ ਨਹੀਂ ਪਹਿਚਾਣਦਾ ਤਾਂ ਕੋਈ ਪੀਰ ਪੈਗੰਬਰ ਆ ਕੇ ਇਸ ਦੀ ਪਹਿਚਾਣ ਕੋਈ ਕਿੰਝ ਕਰਵਾ ਦੇਗਾ। ਅੱਜ ਕੁਝ ਨੇਤਾਗਿਰੀ ਦੀ ਭੁੱਖ ਦੇ ਵਿੱਚ ਭੁੱਖੇ ਲੋਕਾਂ ਦੀ ਇਹ ਖੁਰਾਕ ਬਣਿਆ ਹੋਇਆ ਵਾ। ਕਿਉਂ? ਕਿਸਾਨ ਜੋ ਹੈ ਇਹ ਕੁਦਰਤੀ ਰੂਪ ਦੇ ਵਿੱਚ ਹੀ ਖੁਦ ਵਿੱਚ ਇੱਕ ਨੇਤਾ ਵਾ, ਜਿਸ ਦੀ ਨੇਤਾਗਿਰੀ ਸਮੁੱਚੀ ਕੌਮ ਦੇ ਉੱਤੇ ਹੀ ਭਾਰੂ ਨਹੀਂ, ਸਮੁੱਚੀ ਦੁਨੀਆ ਦੇ ਉੱਤੇ ਭਾਰੂ। ਇਹ ਕਿਉਂ ਬਣਿਆ? ਇਹ ਕਿਉਂ ਅੱਜ ਦੇ ਨੇਤਾਵਾਂ ਦੀ ਖੁਰਾਕ ਬਣਿਆ? ਕਿਉਂਕਿ ਇਹ ਆਮ ਜਨਤਾ ਜੋ ਹੈ ਇਹ ਬੜੀ ਹੀ ਭੋਲੀ ਭਾਲੀ ਆ। ਇਹ ਸਭ ਦੀ ਜ਼ੁਬਾਨ ਦੇ ਉੱਤੇ ਵੈਸੇ ਹੀ ਭਰੋਸਾ ਕਰਦੀ ਹੈ ਜਿਸ ਤਰ੍ਹਾਂ ਕਿ ਇਹ ਆਪਣੇ ਦਿਲ ਉੱਤੇ ਭਰੋਸਾ ਕਰਦੇ ਨੇ। ਜਨਤਾ ਇਹ ਜਾਣਦੀ ਆ ਕਿ ਇਹ ਜੋ ਪੋਲੀਟੀਸ਼ੀਅਨ ਨੇਤਾ ਵਾ, ਇਸ ਦੀ ਜੜ ਦੇ ਵਿੱਚ ਅਸੀਂ ਹੀ ਹਾਂ। ਇਹ ਸਾਡੇ ਤੋਂ ਹੀ ਉੱਗਦੇ ਨੇ, ਫਿਰ ਸਾਨੂੰ ਹੀ ਵੱਢਦੇ ਨੇ। ਪਰ ਇਸ ਦੇ ਵੱਲ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ। ਅਗਰ ਅੱਜ ਆਪਾਂ ਗੌਰ ਦੇ ਨਾਲ ਦੇਖੀਏ, ਕਿਸਾਨਾਂ ਨੂੰ ਇਹਨਾਂ ਨੇਤਾਵਾਂ ਦੇ ਮਸਲਿਆਂ ਦੇ ਵਿੱਚ ਪੈਣ ਦੀ ਜ਼ਰੂਰਤ ਹੀ ਕਿਉਂ? ਦੋ ਪਾਰਟੀਆਂ ਨੇ ਜੋ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਲਈ, ਇੱਕ ਕੁਰਸੀ ਨੂੰ ਹਥਿਆਉਣ ਦੇ ਲਈ ਕਿਸੇ ਦੀ ਵੀ ਬਲੀ ਦੇ ਸਕਦੀਆਂ ਨੇ। ਅੱਜ ਦਾ ਇਹ ਮਸਲਾ ਕਿਸਾਨ ਦਾ ਮਸਲਾ ਨਹੀਂ, ਇਹ ਦੋ ਪਾਰਟੀਆਂ ਦਾ ਮਸਲਾ ਵਾ ਜਿਨ੍ਹਾਂ ਨੇ ਮੋਹਰਾ ਕਿਸਾਨ ਨੂੰ ਬਣਾਇਆ ਵਾ। ਅੱਜ ਦੇ ਕਿਸਾਨ ਨੂੰ ਫਿਰ ਕੀ ਕਰਨਾ ਚਾਹੀਦਾ? ਕਿਸਾਨ ਦਾ ਸਾਥੀ ਬਣ ਜਾਵੇ, ਕਿਸੇ ਵੀ ਮਸਲੇ ਨੂੰ ਮਸਲਾ ਨਾ ਬਣਨ ਦੇਵੇ। ਕਿਸਾਨ ਸਹੀ ਅਤੇ ਅਸਲੀ ਨੇਤਾ ਵਾ। ਕਿਸਾਨ ਦੀ ਜ਼ਿੰਦਗੀ ਪੋਲੀਟੀਸ਼ੀਅਨ ਤੋਂ ਬਿਨਾਂ ਸੋਹਣੀ ਗੁਜ਼ਰ ਜਾਵੇਗੀ, ਪਰ ਇੱਕ ਪੋਲੀਟੀਸ਼ੀਅਨ ਦੀ ਜ਼ਿੰਦਗੀ ਕਿਸਾਨ ਤੋਂ ਬਿਨਾਂ ਤੇ ਜਨਤਾ ਤੋਂ ਬਿਨਾਂ ਕਦੇ ਵੀ ਹੋਂਦ ਦੇ ਵਿੱਚ ਹੀ ਨਹੀਂ ਆਵੇਗੀ। ਨੇਤਾ ਬਣਨ ਦੇ ਲਈ ਆਮ ਜਨਤਾ ਦੀ ਤੇ ਭੋਲੀ ਭਾਲੀ ਜਨਤਾ ਦੀ ਜ਼ਰੂਰਤ ਹੁੰਦੀ ਆ। ਅਗਰ ਅੱਜ ਦੇ ਇਸ ਮਸਲੇ ਦੇ ਵਿੱਚ ਕੋਈ ਵੀ ਕਿਸਾਨ, ਚਾਹੇ ਉਹਨਾਂ ਨੂੰ ਲੱਗਦਾ ਕਿ ਇਹ ਸਾਡਾ ਹੀ ਮਸਲਾ ਵਾ, ਆਪਣੇ ਮਸਲੇ ਨੂੰ ਆਪਣੇ ਘਰ ਦੇ ਵਿੱਚ ਸੁਲਝਾਉਣ, ਮਤਲਬ ਕਿ ਆਪਣੇ ਭਾਈਚਾਰੇ ਦੇ ਵਿੱਚ ਸੁਲਝਾਉਣ, ਜਿਸ ਤਰ੍ਹਾਂ ਕਿ ਅਸੀਂ ਆਮ ਆਪਣੇ ਘਰ ਦੇ ਮਸਲਿਆਂ ਨੂੰ ਸੁਲਝਾਉਂਦੇ ਹਾਂ, ਤਾਂ ਅਸੀਂ ਕਿਸੇ ਦੀ ਖੁਰਾਕ ਨਹੀਂ ਬਣਾਂਗੇ ਅਤੇ ਸਾਡੇ ਮਸਲੇ ਵੀ ਸੁਲਝ ਜਾਣਗੇ। ਅਗਰ ਅੱਜ ਕਿਸਾਨ ਇਹ ਸੋਚ ਲੈਣ ਕਿ ਇਹ ਸਾਡੇ ਘਰ ਦਾ ਮਸਲਾ ਵਾ, ਸਾਡੇ ਘਰ ਵਿੱਚ ਸਾਨੂੰ ਕਿਸੇ ਬਾਹਰਲੇ ਦੀ ਜ਼ਰੂਰਤ ਹੀ ਨਹੀਂ, ਤਾਂ ਨੇਤਾ ਨੂੰ ਨੇਤਾਗਿਰੀ ਦੇ ਲਈ ਅਤੇ ਆਪਣਾ ਪੇਟ ਭਰਨ ਦੇ ਲਈ ਕਿਸ ਦੀ ਜ਼ਰੂਰਤ ਪੜੇਗੀ? ਕਿਸਾਨ ਦੀ। ਜਦ ਕਿ ਕਿਸਾਨ ਨੂੰ ਕਿਸੇ ਵੀ ਖੇਤਰ ਦੇ ਵਿੱਚ ਅਗਰ ਉਹ ਆਪਣੇ ਆਪ ਦੇ ਵਿੱਚ ਹੁੰਦੜ ਹੇਲ ਹੋ ਗਿਆ ਤਾਂ ਉਸ ਨੂੰ ਕਿਤੇ ਖੇਤਰ ਦੇ ਵਿੱਚ ਵੀ ਕਿਸੇ ਵੀ ਨੇਤਾ ਦੀ ਕਦੇ ਵੀ ਜ਼ਰੂਰਤ ਨਹੀਂ ਹੋਵੇਗੀ। ਕਿਸ ਚੀਜ਼ ਤੋਂ ਡਰ ਲੱਗਦਾ ਵਾ? ਮਰਨ ਤੋਂ? ਕੀ ਰੱਬ ਤੇ ਭਰੋਸਾ ਨਹੀਂ? ਅਸੀਂ ਜੋ ਹਰ ਵਕਤ ਰੱਬ ਦੀਆਂ ਗੱਲਾਂ ਕਰਦੇ ਹਾਂ, ਕਿ ਅੱਜ ਰੱਬ ਤੇ ਭਰੋਸਾ ਨਹੀਂ? ਅਗਰ ਫਸਲ ਨਹੀਂ ਬੀਜੀ ਜਾਵੇਗੀ ਤਾਂ ਸਿਰਫ ਕਿਸਾਨ ਦੀ ਜ਼ਿੰਦਗੀ ਨੂੰ ਖਤਰਾ ਨਹੀਂ, ਸੰਸਾਰ ਦੀ ਜ਼ਿੰਦਗੀ ਨੂੰ ਖਤਰਾ ਵਾ। ਸਭ ਕਿਸਾਨ ਇੱਕ ਦੂਸਰੇ ਦੇ ਸਾਥੀ ਬਣ ਗਏ ਤਾਂ ਪੁਰਾਣੇ ਵਕਤਾਂ ਦੀ ਤਰ੍ਹਾਂ ਪੈਸੇ ਦੀ ਵਰਤੋਂ ਨਾ ਹੋਵੇ ਤਾਂ ਕੋਈ ਗੱਲ ਨਹੀਂ। ਪੈਸੇ ਨੂੰ ਸਾਧਨ ਬਣਾਉਣਾ ਪਵੇ। ਅੱਜ ਜੇ ਪੈਸਾ ਸਾਡੇ ਕੋਲੇ ਸਾਧਨ ਨਹੀਂ ਬਣੂਗਾ ਨਾ ਸਹੀ। ਪੁਰਾਣੇ ਵਕਤਾਂ ਦੇ ਵਿੱਚ 60 ਸਾਲ ਪਹਿਲਾਂ ਦੀ ਹੀ ਗੱਲ ਆ ਕਿ ਕਿਸ ਤਰ੍ਹਾਂ ਚੀਜ਼ਾਂ ਦੇ ਵਟਾਂਦਰੇ ਹੁੰਦੇ ਸੀ। ਇੱਕ ਦੇ ਘਰ ਕਣਕ ਹੁੰਦੀ ਸੀ ਤਾਂ ਦੂਸਰੇ ਦੇ ਘਰ ਕੋਈ ਸਬਜ਼ੀ ਹੁੰਦੀ ਸੀ। ਕਿਸ ਤਰ੍ਹਾਂ ਲੋਕ ਵਟਾਂਦਰਾ ਕਰਦੇ ਸੀ। ਮੇਰੇ ਘਰ ਦੇ ਵਿੱਚ ਇਹ ਚੀਜ਼ ਆ ਤੇ ਦੂਸਰੇ ਦੇ ਘਰ ਦੇ ਵਿੱਚ ਇਹ ਚੀਜ਼ ਆ, ਇੱਕ ਦੂਸਰੇ ਦੀ ਵਰਤੋਂ ਕਰਦੇ ਸੀ। ਇੱਕ ਦੂਸਰੇ ਦੇ ਨਾਲ ਚੀਜ਼ਾਂ
ਬਦਲਣ ਦਾ ਇੱਕ ਰਿਵਾਜ ਸੀ, ਇੱਕ ਸਿਲਸਿਲਾ ਸੀ, ਇੱਕ ਜ਼ਿੰਦਗੀ ਦੇ ਵਿੱਚ ਵਰਤੋਂ ਹੁੰਦੀ ਸੀਗੀ। ਅਗਰ ਸਾਨੂੰ ਕੁਝ ਵਕਤ ਅਜਿਹਾ ਕਰਨਾ ਪਵੇਗਾ ਤਾਂ ਇਸ ਦੇ ਵਿੱਚ ਨੁਕਸਾਨ ਕੀ ਹੈ? ਅਗਰ ਇਹ ਆਪਾਂ ਜ਼ਿੰਦਗੀ ਦੇ ਗਹਿਰੇ ਦੇ ਵਿੱਚ ਗੌਰ ਦੇ ਨਾਲ ਦੇਖਾਂਗੇ ਤਾਂ ਕਿਸਾਨ ਨੂੰ ਕਿਸੇ ਦੀ ਵੀ ਜ਼ਰੂਰਤ ਨਹੀਂ, ਬਲਕਿ ਅੱਜ ਦੇ ਨੇਤਾ ਹੋਣ ਜਾਂ ਰਾਜਨੇਤਾ ਹੋਣ ਜਾਂ ਅਭਿਨੇਤਾ ਹੋਣ ਜਾਂ ਰਾਜੇ ਮਹਾਰਾਜੇ ਹੀ ਕਿਸੇ ਮੁਲਕਾਂ ਦੇ ਕਿਉਂ ਨਾ ਹੋਣ, ਸਭਨਾਂ ਨੂੰ ਕਿਸਾਨ ਦੀ ਜ਼ਰੂਰਤ ਆ। ਕਿਸਾਨ ਆਪਣੇ ਆਪ ਦੇ ਵਿੱਚ ਸਭ ਤੋਂ ਵੱਡਾ ਨੇਤਾ ਵਾ। ਅੱਜ ਦੇ ਇਸ ਨੇਤਾ ਨੂੰ ਇਹ ਸੋਚਣਾ ਚਾਹੀਦਾ ਵਾ, ਮੈਂ ਕਿਉਂ ਇਹਨਾਂ ਭੁੱਖੇ ਨੇਤਾਵਾਂ ਦੀ ਕੁਰਸੀ ਦਾ ਸਾਧਨ ਬਣਾ, ਜਦ ਕਿ ਅਸੀਂ ਤਾਂ ਆਪਣੇ ਆਪ ਦੇ ਵਿੱਚ ਇੱਕ ਅਸਲੀ ਨੇਤਾ ਵਾ। ਅਸੀਂ ਖੁਦ ਦੇ ਮਸਲੇ ਨੂੰ ਆਪਸ ਵਿੱਚ ਸਹਿਜ ਦੇ ਨਾਲ ਜਦ ਹੱਲ ਕਰ ਸਕਦੇ ਹਾਂ ਤਾਂ ਅਸੀਂ ਕਿਉਂ ਨਹੀਂ ਕਰਦੇ? 1 ਮਿੰਟ ਲਈ ਅੱਜ ਅਸੀਂ ਇਹ ਸੋਚ ਲੈਂਦੇ ਹਾਂ ਕਿ ਅਸੀਂ ਤਾਂ ਆਪਣੇ ਘਰ ਦੇ ਵਿੱਚ ਚੱਲੇ, ਅਸੀਂ ਤਾਂ ਆਰਾਮ ਨਾਲ ਚੱਲੇ, ਅਸੀਂ ਰੱਬ ਤੇ ਭਰੋਸਾ ਕਰਦੇ ਹਾਂ, ਅਗਰ ਅਸੀਂ ਮਰਨਾ ਹੋਊਗਾ ਮਰ ਜਾਵਾਂਗੇ, ਅਗਰ ਅਸੀਂ ਜੀਣਾ ਹੋਊਗਾ ਤਾਂ ਜੀ ਪਾਂਗੇ। ਅਸੀਂ ਹੀ ਕਹਿੰਦੇ ਹਾਂ ਨਾ, ਪਰਮਾਤਮਾ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲਦਾ। ਫਿਰ ਅਸੀਂ ਹੀ ਇਹ ਭੁੱਲ ਜਾਂਦੇ ਹਾਂ, ਅਸੀਂ ਹੀ ਖੁਦ ਨੂੰ ਸ਼ਿਕਾਰ ਬਣਾ ਦਿੰਦੇ ਹਾਂ। ਅਗਰ ਅਸੀਂ ਅੱਜ ਆਰਾਮ ਦੇ ਨਾਲ ਉੱਠ ਕੇ ਆਪਣੇ ਘਰ ਨੂੰ ਚਲੇ ਜਾਵਾਂਗੇ, ਫਿਰ ਕੀ ਹੋਊਗਾ? 1 ਮਿੰਟ ਦੇ ਲਈ ਅੱਖਾਂ ਮੀਟ ਕੇ ਆਰਾਮ ਦੇ ਨਾਲ ਪਰਮਾਤਮਾ ਦੇ ਉੱਤੇ ਭਰੋਸਾ ਰੱਖ ਕੇ ਸੋਚੋ, ਕੀ ਤੁਹਾਨੂੰ ਕਿਸੇ ਕੁਰਸੀ ਦੀ ਜ਼ਰੂਰਤ ਨਹੀਂ? ਤੁਹਾਡੇ ਹੱਥਾਂ ਦੇ ਵਿੱਚ ਤਾਕਤ ਹੈ, ਤੁਸੀਂ ਆਪਣੀ ਚੀਜ਼ ਦੇ ਆਪ ਮਾਲਿਕ ਹੋ। ਅਗਰ ਸਰਕਾਰ ਨੇ ਜੇ ਮਸਲਾ ਉਠਾਇਆ ਵਾ, ਉਹਨਾਂ ਨੇ ਆਪਣੀ ਕੁਰਸੀ ਦੇ ਲਈ ਉਠਾਇਆ ਵਾ, ਕੋਈ ਵੀ ਪਾਰਟੀ ਹੋ ਸਕਦੀ ਆ, ਤੁਹਾਡੇ ਲਈ ਨਹੀਂ ਉਠਾਇਆ, ਤੁਹਾਨੂੰ ਬੁੱਧੂ ਬਣਾਉਣ ਦੇ ਲਈ। ਸਿੰਪਲ ਲਫ਼ਜ਼ਾਂ ਦੇ ਵਿੱਚ ਆਮ ਪਬਲਿਕ ਨੂੰ ਜੋ ਰਾਜਨੇਤਾ ਨੇ ਬੁੱਧੂ ਤੋਂ ਬਿਨਾਂ ਕੁਝ ਵੀ ਨਹੀਂ ਸਮਝਦੇ, ਬੇਵਕੂਫ ਬਣਾਉਂਦੇ ਨੇ ਤੇ ਆਪਣੀਆਂ ਕੁਰਸੀਆਂ ਦਾ ਤਿੱਕਰ ਇਹਨਾਂ ਦਾ ਮਸਲਾ ਵਾ। ਆਪਣੀਆਂ ਕੁਰਸੀਆਂ ਤੋਂ ਜ਼ਿਆਦਾ ਇਹ ਕਿਸੇ ਵੀ ਜਨਤਾ ਨੂੰ ਪਿਆਰ ਨਹੀਂ ਕਰਦੇ। ਆਰਾਮ ਦੇ ਨਾਲ ਘਰੋਂ ਉੱਠੋ, ਘਰਾਂ ਨੂੰ ਚੱਲੋ। ਜਦੋਂ ਅਸੀਂ ਘਰਾਂ ਨੂੰ ਚਲੇ ਗਏ ਕੀ ਹੋਊਗਾ? ਇਹੀ ਨੇਤਾ ਵੋਟ ਲੈਣ ਦੇ ਲਈ ਸਾਡੇ ਦਰਵਾਜ਼ੇ ਤੇ ਆਉਣਗੇ। ਅਸੀਂ ਦਰਵਾਜ਼ਾ ਵੀ ਖੋਲਾਂਗੇ, ਚਾਹ ਪਾਣੀ ਵੀ ਪਿਲਾਵਾਂਗੇ, ਪਰ ਵੋਟ ਦੇਣ ਨੂੰ ਕਦੇ ਵੀ ਤਿਆਰ ਨਹੀਂ ਹੋਵਾਂਗੇ। ਖੁਦ ਦੇ ਭਾਈਚਾਰੇ ਨੂੰ ਹੀ ਆਪਣੀ ਤਾਕਤ ਬਣਾਉਂਦੇ ਹਾਂ। ਵਕਤ ਰਾਜੇ ਮਹਾਰਾਜਿਆਂ ਦੇ ਵੀ ਨਹੀਂ ਰਹੇ, ਇਹਨਾਂ ਨੇਤਾਵਾਂ ਦੇ ਵੀ ਵਕਤ ਖਤਮ ਹੋ ਜਾਣਗੇ। ਸਭ ਲੁਕਾਈ ਖੁਦ ਹੀ ਸਤਜੁਗ ਦੇ ਵਿੱਚ ਆਰੰਭ ਹੋ ਜਾਏਗੀ। ਕਿਸਾਨ ਨੂੰ ਸਿਆਣਾ ਇਨਸਾਨ ਉਹ ਹੁੰਦਾ ਜੋ ਆਪਣੇ ਮਸਲੇ ਨੂੰ ਖੁਦ ਸੁਲਝਾਉਂਦਾ। ਆਪ ਸਭ ਦੇ ਹੱਥਾਂ ਦੇ ਵਿੱਚ ਨੇਤਾਗਿਰੀ ਦੀ ਪੱਕੀ ਲਕੀਰ ਆ। ਇਸ ਨੂੰ ਕੋਈ ਵੀ ਵਕਤ ਕਦੇ ਵੀ, ਜਦੋਂ ਦਾ ਇਹ ਜਹਾਨ ਬਣਿਆ ਵਾ, ਜਦੋਂ ਦੀ ਇਹ ਸ੍ਰਿਸ਼ਟੀ ਰਚੀ ਗਈ ਆ, ਇੱਕ ਕਿਸਾਨ ਹੀ ਅਜਿਹਾ ਨੇਤਾ ਵਾ ਜਿਸ ਦੀ ਨੇਤਾਗਿਰੀ ਦੀ ਪੱਕੀ ਲਕੀਰ ਆ, ਜਿਸ ਨੂੰ ਅੱਜ ਤੱਕ ਕੋਈ ਵੀ ਪਾਰਟੀ ਖਤਮ ਨਹੀਂ ਕਰ ਸਕੀ। ਫਿਰ ਆਪਾਂ ਜਿਨ੍ਹਾਂ ਲਾਲਚੀ ਨੇਤਾਵਾਂ ਦੀ ਖੁਰਾਕ ਕਿਉਂ ਬਣੀਏ? ਜੋ ਤੁਹਾਡੇ ਅੱਗੇ ਹੀ ਕੋਈ ਛੋਟਾ ਜਿਹਾ ਲੀਡਰ ਹੋਵੇਗਾ, ਉਸ ਨੂੰ ਤੁਸੀਂ ਗੌਰ ਦੇ ਨਾਲ ਤੱਕਣਾ ਤੇ ਪਹਿਚਾਨਣਾ। ਉਹ ਜ਼ਰੂਰ ਹੀ ਕਿਸੇ ਵੱਡੀ ਪਾਰਟੀ ਦਾ ਕੋਈ ਹਿੱਸਾ ਹੋਵੇਗਾ ਜੋ ਤੁਹਾਨੂੰ ਮਛਲੀ ਬਣਾ ਕੇ ਉਹਨਾਂ ਦੀ ਖੁਰਾਕ ਬਣਾ ਰਿਹਾ ਵਾ। ਤੁਸੀਂ ਸਭ ਸੰਸਾਰ ਨੂੰ ਪਾਲਣ ਵਾਲੇ ਹੋ। ਅਗਰ ਤੁਸੀਂ ਖੁਦ ਦੀ ਤਾਕਤ ਨੂੰ ਪਹਿਚਾਣ ਲਵੋਗੇ ਤਾਂ ਤੁਹਾਨੂੰ ਇਹ ਸਮਝਣ ਦੇ ਵਿੱਚ ਦੇਰੀ ਕਦੇ ਨਹੀਂ ਲੱਗੇਗੀ ਕਿ ਕਦੇ ਦਾਦੇ ਦੀ ਤੇ ਕਦੇ ਪੋਤੇ ਦੀ ਇਹ ਕਹਾਵਤ ਦੀ ਰਮਜ ਕੀ ਆ। ਤੁਸੀਂ ਸਭ ਆਪਣੇ ਭਾਈਚਾਰੇ ਦੇ ਵਿੱਚ ਇੱਕ ਦੂਜੇ ਦੇ ਹੋ ਜਾਓ ਤਾਂ ਕਿ ਕੋਈ ਵੀ ਲੀਡਰ ਤੁਹਾਡੀ ਜ਼ਿੰਦਗੀ ਦਾ ਫੈਸਲਾ ਨਾ ਕਰ ਸਕੇ। ਤੁਸੀਂ ਆਪਣੀ ਜ਼ਿੰਦਗੀ ਦਾ ਫੈਸਲਾ ਆਪ ਕਰੋ। ਤੁਸੀਂ ਅੱਜ ਆਪਣੀ ਕਮਜ਼ੋਰੀ ਦੇ ਆਪ ਜ਼ਿੰਮੇਵਾਰ ਹੋ। ਇਸ ਲਈ ਹੀ ਕੋਈ ਪਾਰਟੀ ਤੁਹਾਡੀ ਕਮਜ਼ੋਰੀ ਨੂੰ ਕੈਸ਼ ਕਰਨ ਲੱਗੀ ਹੋਈ ਆ। ਅਗਰ ਸਾਡੀ ਕਮਜ਼ੋਰੀ ਨੂੰ ਕੋਈ ਕੈਸ਼ ਕਰੇਗਾ, ਕੋਈ ਕਿਉਂ ਕਰੇ ਕੈਸ਼? ਅਸੀਂ ਖੁਦ ਹੀ ਆਪਣੀ ਕਮਜ਼ੋਰੀ ਨੂੰ ਕੈਸ਼ ਕਿਉਂ ਨਾ ਕਰੀਏ? ਆਪਣੀ ਕੌਮ ਨੂੰ ਤਾਕਤਵਰ ਬਣਾਓ। ਕਿਸੇ ਭੁੱਖੇ ਸ਼ਿਕਾਰੀ ਦਾ ਸ਼ਿਕਾਰ ਨਹੀਂ ਬਣਨਾ ਚਾਹੀਦਾ। ਜਦ ਤੁਸੀਂ ਚੁੱਪਚਾਪ ਘਰਾਂ ਨੂੰ ਚਲੇ ਗਏ ਤਾਂ ਖੁਦ ਵਿੱਚ ਹੀ ਖੁਦ ਦੇ ਮਸਲੇ ਨੂੰ ਸੁਲਝਾ ਲਿਆ ਤਾਂ ਇਹ ਨੇਤਾ ਤੁਹਾਡੀ ਹਰ ਬਾਤ ਮੰਨਣ ਦੇ ਲਈ ਤਿਆਰ ਹੋ ਜਾਣਗੇ, ਕਿਉਂਕਿ ਇਹਨਾਂ ਨੂੰ ਖੁਦ ਤੁਹਾਡੀ ਸਦਾ ਹੀ ਜ਼ਰੂਰਤ ਹੋਣੀ ਹੈ। ਵੋਟ ਦੇ ਲਈ ਵੀ
ਤੇ ਭੇਟ ਦੇਵੇਗੀ। ਕਿਰਪਾ ਕਰਕੇ ਆਪਣੀ ਤਾਕਤ ਨੂੰ ਪਹਿਚਾਨੋ ਅਤੇ ਖੁਦ ਦੇ ਭਾਈਚਾਰੇ ਨੂੰ ਹੀ ਆਪਣੀ ਤਾਕਤ ਬਣਾ ਕੇ ਜੈ ਕਿਸਾਨ ਦੇ ਨਾਅਰੇ ਨੂੰ ਬੁਲੰਦ ਕਰ ਲਵੇ।